रोजाना लोकनाथ टीवी का प्रोग्राम खबर सवेर देख रहे सारे दर्शकों का स्वागत है। तुहाडे नाल गुरप्रीत सिंह चट्ठा चर्चा करांगे हुण तक दीआं मुख खबरां दे उत्ते। सब तो पहला भाजपा बड़ी छेती ही अपने उम्मीदवारों का ऐलान करन जा रही है कि कांग्रेस इस नूं लैके पिछे रहिंदी विखाई देवेगी। इस ते भी चर्चा करांगे ते नाल ही मोगा सीट नूं लैके डॉक्टर हरजोत कमल ते मालविका सूद आमो सामने नज़र आ रहे ने, पर टिकट किस नूं मिलेगी इस ते भी चर्चा होएगी। ते उस दे नाल ही गल भगवंत मान दी करदे हां जिन्हां दे वल्लों बिक्रम मजीठिया नूं जिहड़ी राहत मिली आ कोर्ट वल्लों उस नूं लैके वड्डा बयान दिता गया है, उस ते भी चर्चा करांगे। ते उसदे नाल ही जोगिंदर सिंह उगराहां ने जिहड़े उगराहां जथेबंदियां किसानां दी उसदा चोणां नूं लैके वड्डा बयान सामने आया, उस ते भी गल होएगी। ये तमाम खबरां ते चर्चा करांगे। साडे नाल जुड़े ने डॉक्टर भीमिंदर सिंह। सब तो पहला डॉक्टर साहब प्रोग्राम 'च स्वागत है जी। बहुत बहुत शुक्रिया, मेहरबानी, धन्यवाद गुरप्रीत जी। सब तो पहले डॉक्टर साहब गल करते हैं, जिस तरह अकाली दल की गल करिए, आम आदमी पार्टी की तो ज़्यादातर उम्मीदवारों का ऐलान कर चुकियां ने पार्टियां, तो भाजपा भी बड़ी छेती ऐलान करन जा रही है। की लगता है जिस तरह जिहड़ियां गठजोड़ पार्टियां ने, कैप्टन अमरिंदर सिंह की गल करिए, ढींडसा साहब की गल करिए, उन्हां दीयां पार्टियां ने, की लगता है किनूं किन्नियां किन्नियां जिहड़ियां सीटां मिल सकदियां ने? जी गुरप्रीत जी, देखो जो बीजेपी है इस वेले पंजाब की, ਉਹ ਪਹਿਲੀ ਵਾਰੀ 117 ਸੀਟਾਂ ਦੇ ਉੱਤੇ ਚੋਣਾਂ ਲੜ ਰਹੀ ਹੈ ਔਰ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਰਹੀ ਹੈ। ਔਰ ਉਹਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹਦਾ ਜਿਹੜਾ ਗੱਠਜੋੜ ਹੈ, ਆਪਾਂ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਨਾਲ ਰਿਹਾ ਹੈ। ਜਦੋਂ ਤੋਂ ਇਹ ਗੱਠਜੋੜ ਟੁੱਟਿਆ ਹੈ, ਉਦੋਂ ਤੋਂ ਹੀ ਭਾਜਪਾ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਵਿਰੋਧ ਦਾ ਕਾਰਨ ਬਣੀ ਹੈ। ਔਰ ਬਹੁਤ ਸਾਰਾ ਵਿਰੋਧ ਖਾਸ ਤੌਰ ਤੇ ਕਿਸਾਨੀ ਵੱਲੋਂ ਬੀਜੇਪੀ ਦਾ ਵਿਰੋਧ ਹੋਇਆ ਹੈ, ਵੱਖ-ਵੱਖ ਲੀਡਰਾਂ ਦਾ ਵਿਰੋਧ ਹੋਇਆ ਹੈ। ਔਰ ਉਹਦਾ ਨਤੀਜਾ ਆਪਾਂ ਦੇਖਿਆ ਹੈ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੱਡੀ ਰੈਲੀ, ਖਾਸ ਤੌਰ ਤੇ ਮੋਦੀ ਸਾਹਿਬ ਨੂੰ ਉਹਨਾਂ ਨੇ ਸੁਣਨਾ ਸੀਗਾ, ਉੱਥੇ ਬੁਲਾਇਆ ਗਿਆ ਸੀਗਾ ਪੰਜਾਬ ਦੇ ਵਿੱਚ, ਤਾਂ ਉਹ ਰੈਲੀ ਫਲॉप ਹੋਣ ਦਾ ਵੱਡਾ ਨਤੀਜਾ ਜਿਹੜਾ ਹੈਗਾ ਇਸ ਵੇਲੇ ਭਾਜਪਾ ਜਿਹੜੀ ਹੈਗੀ ਹੈ, ਬੀਜੇਪੀ ਜਿਹੜੀ ਹੈਗੀ ਹੈ, ਉਹ ਭੁਗਤ ਰਹੀ ਹੈ। ਸੋ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਕੋਲੇ ਆਪਣਾ ਕਾਡਰ ਨਹੀਂ ਹੈ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਕੋਈ ਬਹੁਤਾ ਉਸ ਕਿਸਮ ਦਾ, ਜੇ ਆਪਾਂ ਕਹੀਏ ਕਿ ਬੀਜੇਪੀ ਨੂੰ ਲੋਕ ਸਮਝਣ ਵਾਲੇ ਜਾਂ ਉਹਨਾਂ ਨੂੰ ਮੰਨਣ ਵਾਲੇ ਜਾਂ ਉਹਨਾਂ ਦਾ ਜਿਹੜਾ ਆਰਐਸਐਸ ਦਾ ਕਾਡਰ ਹੁੰਦਾ ਹੈ, ਉਹ ਉਸ ਕਿਸਮ ਦਾ ਨਹੀਂ ਹੈ ਜਿਹੜਾ ਕਿ ਬਾਕੀ ਸਟੇਟਾਂ ਦੇ ਵਿੱਚ ਹੈ। ਸੋ ਇਹੀ ਕਾਰਨ ਹੈ ਕਿ ਬੀਜੇਪੀ ਨੂੰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਸੰਯੁਕਤ ਅਕਾਲੀ ਦਲ ਦਾ ਉਹਦਾ ਸਹਾਰਾ ਲੈਣਾ ਪੈ ਰਿਹਾ ਹੈ। ਔਰ ਉਹਨਾਂ ਦੇ ਨਾਲ ਮਿਲ ਕੇ ਇੱਕ ਆਪਣੀ ਵੱਖਰੀ ਜਿਹੜੀ ਹੈਗੀ ਹੈ ਚੋਣ ਮੁਹਿੰਮ ਉਹ ਸ਼ੁਰੂ ਕਰਨਗੇ। ਔਰ ਉਮੀਦ ਹੈ ਕਿ ਬਹੁਤ ਛੇਤੀ ਉਹ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਕਰਨਗੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਦੀ ਟੇਕ ਇਸ ਵੇਲੇ ਕਾਂਗਰਸ ਦੇ ਉੱਤੇ ਲੱਗੀ ਹੋਈ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ, ਬੀਜੇਪੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਲੱਗ ਰਿਹਾ ਹੈ ਕਿ ਜਿਉਂ-ਜਿਉਂ ਕਾਂਗਰਸ ਆਪਣੀ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ, ਤਿਉਂ-ਤਿਉਂ ਜਿਹੜੇ ਰੁੱਸੇ ਹੋਏ ਉਮੀਦਵਾਰ ਹੋਣਗੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ। ਔਰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਜੀ ਇਹ ਵਾਅਦਾ ਕਰਦੇ ਆ ਰਹੇ ਨੇ, ਇਹ ਦਾਅਵਾ ਕਰਦੇ ਆ ਰਹੇ ਨੇ ਕਿ ਮੇਰੇ ਨਾਲ ਕਾਂਗਰਸ ਦੇ ਵੱਡੇ-ਵੱਡੇ ਲੀਡਰ, ਖਾਸ ਤੌਰ ਤੇ ਵਿਧਾਇਕ ਜਾਂ ਮਿਨਿਸਟਰਾਂ ਤੱਕ, ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਨਾਲ ਇਨ ਟੱਚ ਦੇ ਵਿੱਚ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਚੋਣ ਜ਼ਾਬਤਾ ਲੱਗੇਗਾ ਉਸ ਵੇਲੇ ਤੁਸੀਂ ਦੇਖਣਾ ਕਿ ਬਹੁਤ ਸਾਰੇ ਜਿਹੜੇ ਲੀਡਰ ਹੋਣਗੇ ਕਾਂਗਰਸ ਦੇ, ਜਾਂ ਵਿਧਾਇਕ ਹੋਣਗੇ, ਜਾਂ ਜਿਹੜੇ ਖਾਸ ਤੌਰ ਤੇ ਮਿਨਿਸਟਰ ਸਾਹਿਬਾਨ ਹੋਣਗੇ, ਉਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਆਵਾਂਗਾ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਦੇਖਿਆ ਹੈ ਕਿ ਚਾਹੇ ਫਤਿਹ ਚੰਦ ਬਾਜਵਾ ਜੀ ਹੋਣ, ਚਾਹੇ ਰਾਣਾ ਗੁਰਮੀਤ ਸੋਢੀ ਜੀ ਹੋਣ, ਉਹਨਾਂ ਨੇ ਉਹਨਾਂ ਨੂੰ ਕਹਿ ਕੇ ਬਕਾਇਦਾ ਤੌਰ ਤੇ ਬੀਜੇਪੀ ਦੇ ਵਿੱਚ ਸ਼ਿਫਟ ਕਰਵਾਇਆ। ਸੋ ਇਹੀ ਕਾਰਨ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਤਜ਼ਾਰ ਕੀਤੀ ਜਾ ਰਹੀ ਹੈ। जी डॉक्टर साहब, जेकर भाजपा पहले ऐलान कर देंदी है उम्मीदवारों की कांग्रेस तो पहला, तो कांग्रेस के विच जेकर किसी को टिकट नहीं मिलती तो यह भी क्यास लगाए जा रहे थे, जिस तरह कैप्टन अमरिंदर सिंह तुसीं गल कीती है कि उन्होंने पार्टी जा सकते हैं। फिर जे पहले भाजपा ने जां अपनी गठजोड़ पार्टी नाल मिल के उम्मीदवारों का ऐलान करता, ज़्यादातर उम्मीदवारों का, तो जिहड़े फिर कांग्रेसों निकलणगे टिकट ना मिली तो फिर वो किधर जाणगे? देखो गुरप्रीत जी, ਜਿਹੜੇ ਤਾਂ ਭਾਜਪਾ ਦੇ ਪੱਕੇ, ਉਹਨਾਂ ਨੂੰ ਪਤਾ ਹੈ ਕਿ ਸਾਡੀਆਂ ਪੱਕੀਆਂ ਸੀਟਾਂ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਵੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਸੀਗਾ ਤਾਂ ਉਹ ਕੁਝ ਸੀਟਾਂ ਐਸੀਆਂ ਸੀਗੀਆਂ ਜਿੱਥੋਂ ਉਹ ਜਿੱਤਦੀਆਂ ਸੀਗੀਆਂ। ਔਰ ਆਪਾਂ ਸਾਰੇ ਜਾਣਦੇ ਹਾਂ, ਚਾਹੇ ਦੁਆਬਾ ਹੋਵੇ ਜਾਂ ਕੁਝ ਏਰੀਆ ਜਿਹੜਾ ਹੈਗਾ ਮਾਝੇ ਦਾ ਹੋਵੇ, ਉਸ ਦੇ ਵਿੱਚ ਭਾਜਪਾ ਦਾ ਪੱਕਾ ਕਾਡਰ ਹੈ। ਸੋ ਪਹਿਲੀ ਗੱਲ ਤਾਂ ਕਿ ਜਿਹੜੀ ਪਹਿਲੀ ਲਿਸਟ ਜਾਰੀ ਹੋਏਗੀ ਭਾਜਪਾ ਦੀ, ਉਹ ਉਸ ਕਾਡਰ ਦੇ ਵਿੱਚੋਂ ਹੀ ਹੋਏਗੀ। ਉਹਨਾਂ ਸੀਟਾਂ ਦੀ ਹੀ ਜਿਹੜੀ ਹੈਗੀ ਹੈ ਚੋਣ ਹੋਏਗੀ, ਜਿਹੜੀਆਂ ਸੀਟਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਇਹ ਪੱਕੀਆਂ ਸੀਟਾਂ ਨੇ।
ਸੋ ਉਸ ਤੋਂ ਬਾਅਦ ਜਿਹੜੀਆਂ ਡਾਵਾਂਡੋਲ ਵਾਲੀ ਸਥਿਤੀ ਹੈ, ਜਿੱਥੇ ਉਹਨੂੰ ਲੱਗਦਾ ਹੈ ਕਿ ਸਾਡਾ ਕਾਡਰ ਘੱਟ ਹੈ ਜਾਂ ਬਿਲਕੁਲ ਨਹੀਂ ਹੈ, ਉੱਥੇ ਇੰਤਜ਼ਾਰ ਕੀਤੀ ਜਾਏਗੀ ਕਾਂਗਰਸ ਦੇ ਜਿਹੜੀਆਂ ਹੈਗੀਆਂ ਲਿਸਟਾਂ ਤੋਂ ਬਾਅਦ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਹੈ ਕਿ ਭਾਜਪਾ ਜਿਹੜੀ ਹੈਗੀ ਪਹਿਲੀ ਲਿਸਟ ਉਹਨਾਂ ਦੀ ਜਾਂ ਆਪਣਾ ਪੱਕਾ ਕਾਡਰ ਜਿਹੜਾ ਹੈਗਾ ਪਿਛਲਾ ਜਿਹੜਾ ਲੰਬਾ ਸਮੇਂ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਭਾਗੀਦਾਰੀ ਕਾਫੀ ਰਹੀ ਹੈ, ਖਾਸ ਤੌਰ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਬਾਅਦ ਉਹ ਕਾਫੀ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਵੀ ਰਹੀਆਂ ਨੇ। ਸੋ ਇਸ ਕਰਕੇ ਉਮੀਦ ਹੈ ਕਿ ਭਾਜਪਾ ਜਿਹੜੀ ਹੈਗੀ ਪਹਿਲੀ ਲਿਸਟ ਆਪਣੀ ਉਹਨਾਂ ਉਮੀਦਵਾਰਾਂ ਦੀ ਹੀ ਜਾਰੀ ਕਰੇਗੀ ਜਿਨ੍ਹਾਂ ਉਮੀਦਵਾਰਾਂ ਤੋਂ ਉਹਨਾਂ ਨੂੰ ਪੱਕਾ ਹੈ ਕਿ ਸਾਡੇ ਇਹ ਪੱਕੇ ਨੁਮਾਇੰਦੇ ਨੇ, ਪੱਕੀਆਂ ਸੀਟਾਂ ਜਿਹੜੀਆਂ ਨੇ ਜਿਹੜੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸੋ ਅਗਲੀ ਜਿਹੜੀ ਲਿਸਟ ਹੋਏਗੀ, ਦੂਸਰੀ ਲਿਸਟ, ਉਹਦੇ ਵਿੱਚ ਹੋ ਸਕਦਾ ਹੈ ਕਿ ਇੰਤਜ਼ਾਰ ਕੀਤਾ ਜਾਏ। ਜਿਉਂ-ਜਿਉਂ ਕਾਂਗਰਸ ਦੀ ਲਿਸਟ ਜਾਰੀ ਹੋਏਗੀ ਤਿਉਂ-ਤਿਉਂ ਤੁਸੀਂ ਦੇਖੋਗੇ ਜਿਹੜੇ ਬਗਾਵਤੀ ਸੁਰਾਂ ਕਾਂਗਰਸ ਦੇ ਵਿੱਚ ਉੱਠਣਗੀਆਂ, ਉਹਨਾਂ ਨੂੰ ਕੋਸ਼ਿਸ਼ ਕੀਤਾ ਜਾਏਗਾ ਕਿ ਉਹਨਾਂ ਨੂੰ ਮਨਾ ਕੇ ਆਪਣੇ ਵੱਲੋਂ, ਯਾਨੀ ਕਿ ਭਾਜਪਾ ਵੱਲੋਂ ਜਾਂ ਇਹਨਾਂ ਦੇ ਗੱਠਜੋੜ ਵੱਲੋਂ, ਕੈਪਟਨ ਸਾਹਿਬ ਦਾ ਜੋ ਗੱਠਜੋੜ ਹੋਇਆ ਹੈ, ਔਰ ਉਹਨਾਂ ਨੂੰ ਵੀ ਆਪਾਂ ਨੂੰ ਵੀ ਪਤਾ ਹੈ ਕਿ ਕੱਲ ਚੋਣ ਨਿਸ਼ਾਨ ਮਿਲਿਆ ਹੈ, ਜਿਹੜੀ ਹੈਗੀ ਹੈ ਖੁੱਦੋ ਖੁੰਡੀ, ਆਪਾਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਚੋਣ ਨਿਸ਼ਾਨ ਹੈ। ਔਰ ਉਹਨਾਂ ਨੇ ਕਿਹਾ ਕਿ ਹੁਣ ਇਹ ਗੋਲ ਕਰਨਾ ਬਾਕੀ ਹੈ। ਹੁਣ ਇਹ ਗੋਲ ਕਿੰਨਾ ਤੋਂ ਕਰਾਉਣਗੇ, ਕਾਂਗਰਸੀਆਂ ਤੋਂ ਕਰਾਉਣਗੇ ਜਾਂ ਭਾਜਪਾ ਵਾਲਿਆਂ ਤੋਂ ਕਰਾਉਣਗੇ, ਇਹ ਹੁਣ ਸਮਾਂ ਦੱਸੇਗਾ ਕਿ ਕਿੰਨੇ ਕੁ ਲੋਕ ਜਿਹੜੇ ਨੇ ਕਾਂਗਰਸ ਦੇ ਵਿੱਚ ਜਾਂ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਕਾਂਗਰਸ ਨੂੰ ਛੱਡ ਕੇ। ਸੋ ਇਹ ਹੁਣ ਸਮਾਂ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਲੋਕਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ, ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣਗੇ। ਇਹ ਹੁਣ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਕਲੀਅਰ ਹੋ ਜਾਏਗਾ ਗੁਰਪ੍ਰੀਤ ਜੀ। ਬਿਲਕੁਲ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੀ ਭਾਜਪਾ ਹੈ ਉਹ ਜਿਹੜਾ ਉਮੀਦਵਾਰਾਂ ਦਾ ਐਲਾਨ ਕਰਦੀ ਹੈ, ਕਿਸ ਸੀਟ ਤੋਂ ਕਿਸ ਨੂੰ ਉਮੀਦਵਾਰ ਜਿਹੜਾ ਐਲਾਨਿਆ ਜਾਂਦਾ ਤੇ ਕੀ ਕਾਂਗਰਸ ਇਸ ਦੌੜ ਦੇ ਵਿੱਚ ਪਿੱਛੇ ਰਹਿੰਦੀ ਵਿਖਾਈ ਦੇਵੇਗੀ ਜਾਂ ਫਿਰ ਕਾਂਗਰਸ ਵੀ ਉਮੀਦਵਾਰਾਂ ਦਾ ਐਲਾਨ ਜਲਦ ਕਰੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ। ਤੇ ਡਾਕਟਰ ਸਾਹਿਬ, ਮੋਗਾ ਸੀਟ ਨੂੰ ਲੈ ਕੇ ਜਿਹੜੇ ਡਾਕਟਰ ਹਰਜੋਤ ਕਮਲ ਨੇ ਤੇ ਦੂਜੇ ਪਾਸੇ ਮਾਲਵਿਕਾ ਸੂਦ ਨੇ, ਉਹਨਾਂ ਦੀ ਵੀ ਐਂਟਰੀ ਹੋ ਚੁੱਕੀ ਹੈ ਕਾਂਗਰਸ ਦੇ ਵਿੱਚ। ਕੀ ਲੱਗਦਾ ਹੈ ਕਿਸ ਨੂੰ ਸੀਟ ਮਿਲੇਗੀ ਤੇ ਕੌਣ ਹੋਏਗਾ ਨਾਰਾਜ਼? ਜੀ ਦੇਖੋ, ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ। ਕੱਲ ਵਾਲੇ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਕਿ ਮਾਲਵਿਕਾ ਸੂਦ ਹੋਰਾਂ ਨੂੰ ਹੀ ਟਿਕਟ ਜਿਹੜੀ ਹੈਗੀ ਮਿਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਸ਼ਾਮਲ ਹੀ ਇਸ ਲਈ ਕਰਾਇਆ ਗਿਆ ਹੈ, ਔਰ ਸੋਨੂ ਸੂਦ ਨੂੰ ਵੀ, ਕਿਉਂਕਿ ਸੋਨੂ ਸੂਦ ਕਰਕੇ ਜਿਹੜਾ ਹੈਗਾ ਸਾਰੀ ਘਟਨਾਕ੍ਰਮ ਜਿਹੜਾ ਹੈਗਾ ਵਾਪਰਿਆ ਹੈ। ਔਰ ਉਮੀਦ ਇਹੀ ਹੈ ਕਿ ਮਾਲਵਿਕਾ ਜੀ ਨੂੰ ਚੋਣ ਜਿਹੜੀ ਹੈਗੀ ਲੜਾਏਗੀ ਔਰ ਕਾਂਗਰਸ ਦਾ ਵੱਡਾ ਚਿਹਰਾ ਬਣਨਗੇ ਸੂਦ ਸਾਹਿਬ। ਔਰ ਇਸ ਕਰਕੇ ਜਿਹੜੀ ਗੱਲ ਸ਼ੁਰੂਆਤ ਹੋਈ ਹੈ ਕਾਂਗਰਸ ਦੇ ਵਿੱਚ ਰਫੜ ਪੈਣ ਦੀ, ਔਰ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਸਾਹਿਬ ਜਿਹੜੇ ਨੇ ਉਹ ਕੋਸ਼ਿਸ਼ ਜ਼ਰੂਰ ਕਰਨਗੇ, ਪਰ ਕਿਤੇ ਨਾ ਕਿਤੇ ਜੇਕਰ ਉਹਨਾਂ ਨੂੰ ਨਿਰਾਸ਼ਾ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਆਜ਼ਾਦ ਚੋਣ ਵੀ ਲੜਨ, ਕਿਉਂਕਿ ਉਹਨਾਂ ਨੇ ਕੱਲ ਇਹ ਇਸ਼ਾਰਾ ਵੀ ਕੀਤਾ ਹੈ ਕਿ ਕਿਸੇ ਵੇਲੇ ਚੰਨੀ ਸਾਹਿਬ ਨੇ ਵੀ ਆਜ਼ਾਦ ਚੋਣ ਲੜੀ ਸੀਗੀ। ਸੋ ਇਸ ਕਰਕੇ ਹੋ ਸਕਦਾ ਹੈ ਕਿ ਡਾਕਟਰ ਕਮਲ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਦਿਸਣ। ਔਰ ਜੇਕਰ ਇਦਾਂ ਸ਼ੁਰੂਆਤ ਹੁੰਦੀ ਹੈ ਕਾਂਗਰਸ ਦੇ ਵਿੱਚ, ਲਾਜ਼ਮੀ ਤੌਰ ਤੇ ਇਹਦੇ ਨਾਲ ਕਾਂਗਰਸ ਨੂੰ ਵੱਡਾ ਝਟਕਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਲੱਗਦਾ ਦਿਖਾਈ ਦੇਗਾ। ਜੇਕਰ ਬਾਕੀ ਸੀਟਾਂ ਦੇ ਵਿੱਚ ਵੀ ਇਦਾਂ ਦੀ ਜਿਹੜੀ ਹੈਗੀ ਹੈ ਆਪਸੀ ਖਿੱਚੋਤਾਣ ਵੱਧਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸੀਟਾਂ ਦੇ ਉੱਤੇ ਵੀ ਇਦਾਂ ਦੇ ਉਮੀਦਵਾਰ ਤੁਹਾਨੂੰ ਇੱਕ ਸੀਟ ਦੇ ਉੱਤੇ 2-2 ਜਾਂ 3-3 ਉਮੀਦਵਾਰ ਕਾਂਗਰਸ ਦੇ ਖੜੇ ਹੋਏ ਤੁਹਾਨੂੰ ਦਿਖਾਈ ਦੇਣਗੇ। ਸੋ ਇਹਦੇ ਨਾਲ ਜਿਹੜਾ ਹੈਗਾ ਪਿਛਲੇ ਵਾਰੀ ਨਾਲੋਂ, ਕਿਉਂਕਿ ਏਕਤਾ ਇਸ ਵਾਰੀ ਘੱਟ ਨਜ਼ਰ ਆ ਰਹੀ ਹੈ, ਇਸ ਵਾਰੀ ਆਪਸੀ ਖਿੱਚੋਤਾਣ ਜ਼ਿਆਦਾ ਨਜ਼ਰ ਆ ਰਹੀ ਹੈ, ਸੋ ਇਸ ਵਾਰੀ ਜ਼ਿਆਦਾ ਨੁਕਸਾਨ ਹੋਣ ਦੀਆਂ ਕਾਂਗਰਸ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਤੇ ਡਾਕਟਰ ਸਾਹਿਬ, ਇਹ ਤਾਂ ਗੱਲ ਸੀਗੀ ਟਿਕਟਾਂ ਦੀ। ਜੇਕਰ ਗੱਲ ਕਰੀਏ ਜਿਸ ਤਰ੍ਹਾਂ ਪਾਰਟੀਆਂ ਨਵੇਂ ਉਮੀਦਵਾਰ ਨੇ ਜਿਹੜੇ ਉਹ ਲਾਉਂਦੀਆਂ ਨੇ, ਨਵੇਂ ਲੋਕ ਨੇ ਜਿਹੜੇ ਨਵੇਂ ਚਿਹਰੇ ਨੇ ਪਾਰਟੀ 'ਚ ਆ ਕੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਨੇ, ਤਾਂ ਕੀ ਲੱਗਦਾ ਜਿਸ ਤਰ੍ਹਾਂ ਫਿਰ ਪੁਰਾਣੇ ਉਮੀਦਵਾਰ ਨੇ ਜਾਂ MLA ਜਾਂ ਮੰਤਰੀ ਉਹ ਪਾਰਟੀਆਂ ਛੱਡ ਕੇ ਜਾਂਦੇ ਨੇ, ਤਾਂ ਕੀ ਨਵੇਂ ਉਮੀਦਵਾਰਾਂ ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀਆਂ ਕਮਜ਼ੋਰ ਹੁੰਦੀਆਂ ਨੇ ਜਾਂ ਮਜ਼ਬੂਤ? ਜੀ ਦੇਖੋ, ਜਦੋਂ ਤਾਂ ਅਸੀਂ ਕਹਿੰਦੇ ਹਾਂ ਕਿ ਚੰਗੇ ਉਮੀਦਵਾਰ ਤੁਹਾਡੀ ਪਾਰਟੀ 'ਚ ਆਉਂਦੇ ਆ ਜਾਂ ਚੰਗੇ ਲੋਕ ਆਉਂਦੇ ਆ, ਫਿਰ ਤਾਂ ਲਾਜ਼ਮੀ ਤੌਰ ਤੇ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਹੋ। ਜੇ ਤੁਸੀਂ ਜੇ ਮਾੜੇ ਉਮੀਦਵਾਰਾਂ ਨੂੰ ਲੈ ਕੇ ਆਓਗੇ ਜਾਂ ਤੁਸੀਂ ਇਦਾਂ ਕਹੋਗੇ ਕਿ ਸਿਰਫ ਨਵੇਂ ਚਿਹਰਿਆਂ ਦੇ ਤੌਰ ਤੇ ਅਸੀਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਆ, ਔਰ ਜੇ ਤੁਸੀਂ ਆਪਣੇ ਜਿਹੜੇ ਮਾੜੇ ਉਮੀਦਵਾਰ ਨੇ ਉਹਨਾਂ ਨੂੰ ਅੱਗੇ ਰੱਖਦੇ ਹੋ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ। ਸੋ ਇਸ ਕਰਕੇ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੇ ਵਿੱਚ ਬਹੁਤ ਸਾਰੇ ਐਸੇ ਉਮੀਦਵਾਰ ਨੇ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਔਰ ਜਿਹੜੇ ਕਹਿ ਰਹੇ ਨੇ ਸਾਡਾ ਹਲਕਾ ਬਦਲਿਆ ਜਾਏ, ਉਹਨਾਂ ਦੀ ਵੀ ਹੋ ਸਕਦਾ ਕਿ ਟਿਕਟ ਕੱਟੀ ਜਾਏ।
ਜਿਨ੍ਹਾਂ ਨੂੰ ਜੇਕਰ ਕਾਂਗਰਸ ਨੂੰ ਲੱਗਦਾ ਹੈ ਕਿ ਇਵਿਨੇਬਿਲਿਟੀ ਨਹੀਂ ਹੋ ਸਕਦੀ, ਯਾਨੀ ਕਿ ਇਸ ਉਮੀਦਵਾਰ ਦੇ ਉੱਤੇ ਅਸੀਂ ਦਾ ਨਹੀਂ ਖੇਡ ਸਕਦੇ, ਇਹ ਸਾਨੂੰ ਹਾਰ ਦੇ ਸਕਦਾ ਹੈ, ਤਾਂ ਲਾਜ਼ਮੀ ਤੌਰ ਤੇ ਉਹਦਾ ਵੀ ਪੱਤਾ ਕੱਟਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜੋ ਕਾਂਗਰਸ ਨੇ ਇੱਕ ਨਵੀਂ ਸ਼ਰਤ ਰੱਖੀ ਹੈ ਇਸ ਵਾਰੀ, ਮੈਨੂੰ ਲੱਗਦਾ ਹੈ ਕਿ ਉਹਦੇ ਉੱਤੇ ਪਹਿਰਾ ਦਿੱਤਾ ਜਾਏਗਾ। ਉਹ ਸ਼ਰਤ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਏਗੀ। ਸੋ ਇਸ ਕਰਕੇ ਉਮੀਦ ਹੈ ਕਿ ਇਸ ਸ਼ਰਤ ਦੇ ਉੱਤੇ, ਇਸ ਅਸੂਲ ਦੇ ਉੱਤੇ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਖੜਦੀ ਨਜ਼ਰ ਆਏਗੀ। ਪਰ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਸ਼ਰਤ ਜਿਹੜੇ, ਇਹ ਅਸੂਲ ਜਿਹੜੇ ਸੀਗੇ ਇਹ ਤੋੜੇ ਗਏ ਔਰ ਉਹਦਾ ਨੁਕਸਾਨ ਵੀ ਕਾਂਗਰਸ ਨੂੰ ਉਠਾਉਣਾ ਪਿਆ ਸੀਗਾ। ਪਰ ਇਸ ਵਾਰੀ ਹੋ ਸਕਦਾ ਹੈ ਕਿ ਇਸ ਅਸੂਲ ਨੂੰ ਦ੍ਰਿੜਤਾ ਦੇ ਨਾਲ ਜਿਹੜਾ ਹੈਗਾ ਲਾਗੂ ਕੀਤਾ ਜਾਏਗਾ। ਸੋ ਉਮੀਦ ਹੈ ਕਿ ਇਹਦੇ ਨਾਲ ਵੀ ਬਹੁਤ ਸਾਰੇ ਏਦਾਂ ਦੇ ਉਮੀਦਵਾਰ ਹੋਣਗੇ ਜਾਂ ਇਦਾਂ ਦੇ ਜਿਹੜੇ ਲੋਕ ਨੇ, ਇਦਾਂ ਦੇ ਲੀਡਰ ਨੇ ਜਿਹੜੇ ਕਿ ਨਿਰਾਸ਼ ਹੋਣਗੇ ਔਰ ਉਹਨਾਂ ਨੂੰ ਲੱਗੇਗਾ ਕਿ ਸਾਡੀ ਟਿਕਟ ਕੱਟਦੀ ਨਜ਼ਰ ਆਏਗੀ। ਸੋ ਇੱਕ ਪਰਿਵਾਰ ਦੇ ਵਿੱਚੋਂ ਜੇਕਰ ਇੱਕੋ ਉਮੀਦਵਾਰ ਦਾ ਫਾਰਮੂਲਾ ਕਾਂਗਰਸ ਲੈ ਕੇ ਆਉਂਦੀ ਹੈ ਤਾਂ ਇਹਦੇ ਨਾਲ ਵੀ ਬਹੁਤ ਵੱਡੀ ਨਿਰਾਸ਼ਾ ਵੱਖ-ਵੱਖ ਲੀਡਰ ਸਹਿਬਾਨ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗੀ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੇ ਜਦੋਂ ਤੁਸੀਂ ਅਸੂਲ ਬਣਾਉਣੇ ਹੋ ਤਾਂ ਪਾਰਟੀ ਨੂੰ ਤਾਂ ਕਿਤੇ ਨਾ ਕਿਤੇ ਫਾਇਦਾ ਹੁੰਦਾ ਹੈ, ਲੋਕਾਂ ਨੂੰ ਤਾਂ ਫਾਇਦਾ ਹੁੰਦਾ ਹੈ, ਪਰ ਜਿਹੜੀ ਪਾਰਟੀ ਦਾ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਹੁੰਦਾ ਹੈ। ਔਰ ਜੇਕਰ ਉਹ ਕੈਲਕੂਲੇਸ਼ਨ ਕਰਦੇ ਨੇ, ਇਹੀ ਕਾਰਨ ਹੈ ਕਿ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਟਿਕਟ ਮਿਲ ਸਕਦੀ ਹੈ, ਜਿੱਥੇ ਸਾਨੂੰ ਜਿਹੜਾ ਹੈਗਾ ਸਵਾਗਤ ਕੀਤਾ ਜਾਏਗਾ, ਅਸੀਂ ਉਸੇ ਪਾਰਟੀ ਦੇ ਵਿੱਚ ਜਾਵਾਂਗੇ। ਇਹੀ ਕਾਰਨ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੀਡਰ ਕਾਂਗਰਸ ਦੇ ਵਿੱਚੋਂ ਔਰ ਆਮ ਆਦਮੀ ਪਾਰਟੀ ਦੇ ਵਿੱਚੋਂ, ਅਕਾਲੀ ਦਲ ਦੇ ਵਿੱਚੋਂ ਜਾਂ ਬੀਜੇਪੀ ਦੇ ਵਿੱਚੋਂ ਤੁਹਾਨੂੰ ਇੱਧਰ ਉੱਧਰ ਖਿਸਕਦੇ ਨਜ਼ਰ ਆਏ ਸੀਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਆਪਸੀ ਜਿਹੜਾ ਹੈਗਾ ਬਦਲਾਅ ਹੈ ਪਾਰਟੀਆਂ ਦਾ ਲੀਡਰਾਂ ਦੇ ਦੁਆਰਾ, ਇਹ ਤੁਹਾਨੂੰ ਵੱਧ ਦੇਖਣ ਨੂੰ ਮਿਲੇਗਾ। ਬਹੁਤ ਤੇਜ਼ੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਿਫਟਿੰਗ ਜਿਹੜੀ ਹੈਗੀ ਹੈ ਇਹਨਾਂ ਲੀਡਰਾਂ ਦੀ ਹੋ ਸਕਦੀ ਹੈ। ਗੁਰਪ੍ਰੀਤ ਜੀ, ਬਿਲਕੁਲ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਸ ਤਰ੍ਹਾਂ ਭਾਜਪਾ ਤੇ ਜਾਂ ਕਾਂਗਰਸ ਦੇ ਜਿਹੜੇ ਉਮੀਦਵਾਰਾਂ ਦੀਆਂ ਜਿਹੜੀਆਂ ਸੂਚੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਫੇਰ ਬਦਲ ਪਾਰਟੀਆਂ 'ਚ ਹੁੰਦੀ ਹੈ, ਕਿਹੜਾ ਕਿਸ ਪਾਰਟੀ 'ਚ ਜਾਂਦਾ, ਇਸ ਤੇ ਨਜ਼ਰ ਸਾਡੀ ਬਣੀ ਰਹੇਗੀ। ਤੇ ਡਾਕਟਰ ਸਾਹਿਬ ਗੱਲ ਕਰਦੇ ਬਿਕਰਮ ਮਜੀਠੀਆ ਮਾਮਲੇ ਦੀ, ਜਿਸ ਤਰ੍ਹਾਂ ਕੋਰਟ ਤੋਂ ਤਾਂ ਵੱਡੀ ਰਾਹਤ ਮਿਲ ਗਈ ਆ ਉਹਨਾਂ ਨੂੰ, ਪਰ ਉਧਰ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਕਿ ਚਰਨਜੀਤ ਚੰਨੀ ਤੇ ਅਕਾਲੀ ਦਲ ਦੀ ਜਿਹੜੀ ਮਿਲੀ ਭੁਗਤ ਸੀ, ਇਸ ਕਰਕੇ ਜਿਹੜਾ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ। ਇਹ ਤਾਂ ਕੋਰਟ ਦਾ ਮਾਮਲਾ, ਜ਼ਮਾਨਤ ਤਾਂ ਕੋਰਟ ਨੇ ਦਿੱਤੀ ਹੈ। ਤੇ ਭਗਵੰਤ ਮਾਨ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਜੀ ਦੇਖੋ, ਭਗਵੰਤ ਮਾਨ ਜਦੋਂ ਅਸੀਂ ਉਹਨਾਂ ਦੇ ਬਿਆਨ ਨੂੰ ਵੇਖਦੇ ਹਾਂ ਜਾਂ ਉਸ ਤੋਂ ਵੀ ਪਹਿਲਾਂ ਜਿਹੜੀ ਆਪਾਂ ਚੱਡਾ ਸਾਹਿਬ ਦੇ ਬਿਆਨ ਆਮ ਆਦਮੀ ਪਾਰਟੀ ਦੇ ਆਏ ਸੀਗੇ ਇਸ ਮਸਲੇ ਨੂੰ ਲੈ ਕੇ, ਉਹੀ ਆਏ ਸੀਗੇ ਕਿ ਨਿਰੀ ਜਿਹੜੀ ਹੈਗੀ ਹੈ ਮਿਲੀ ਭੁਗਤ ਨਜ਼ਰ ਆ ਰਹੀ ਹੈ। ਉਹਦਾ ਵੱਡਾ ਦਲੀਲ ਉਹ ਇਹ ਦਿੰਦੇ ਆ ਕਿ ਕਿਉਂਕਿ ਜਿਹੜਾ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਸੀਗੀ, ਪਹਿਲਾਂ ਥਲੜੀ ਕੋਰਟ ਦੇ ਵਿੱਚ ਵੀ ਜ਼ਮਾਨਤ ਰੱਦ ਹੋਈ ਸੀ ਉਹਨਾਂ ਦੀ, ਆਪਾਂ ਸਾਰੇ ਜਾਣਦੇ ਹਾਂ, ਪਰ ਸਰਕਾਰ ਨੇ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਨਹੀਂ ਸੀ ਕੀਤਾ। ਸੋ ਇਸ ਕਰਕੇ ਵੱਡੇ ਸਵਾਲ ਜਿਹੜੇ ਸੀ ਉਸ ਵੇਲੇ ਪੰਜਾਬ ਪੁਲਿਸ ਦੇ ਉੱਤੇ ਵੀ ਉੱਠੇ ਸੀਗੇ, ਪੰਜਾਬ ਦੀ ਕਾਂਗਰਸ ਸਰਕਾਰ ਦੇ ਉੱਤੇ ਵੀ ਉੱਠੇ ਸੀਗੇ ਕਿ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਕਿ ਜਦੋਂ ਜ਼ਮਾਨਤ ਉਹਨਾਂ ਦੀ ਰੱਦ ਹੋ ਜਾਏ ਕਿਸੇ ਵੀ ਅਪਰਾਧੀ ਦੀ ਜਾਂ ਸੋ ਕਾਲਡ ਅਪਰਾਧੀ ਦੀ, ਜਿਹਨੂੰ ਉਹ ਮੰਨਦੇ ਆ ਕਿ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਅਪਰਾਧੀ ਅਸੀਂ ਮੰਨਦੇ ਹਾਂ। ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਾਡੇ ਕੋਲੇ ਦਲੀਲਾਂ ਨੇ ਔਰ ਸਿੱਟ ਨੇ ਇਹ ਸਿੱਟਾ ਕੱਢਿਆ ਹੈ ਕਿ ਇਹਨਾਂ ਦਾ ਨਾਂ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਉਸ ਡਰੱਗ ਵਾਲੇ ਕੇਸ ਦੇ ਵਿੱਚ, ਜਿਹਨੂੰ ਭੋਲੇ ਦੀ ਜਿਹੜੀ ਹੈਗੀ ਆ ਉਹਦੀ ਅਗਵਾਈ ਵੀ ਉਹਨਾਂ ਨੇ ਦੱਸਿਆ ਸੀਗਾ ਕਿ ਮਿਲੀ ਹੋਈ ਹੈ। ਸੋ ਉਹਦੇ ਵਿੱਚ ਜੇ ਨਾਮ ਆਇਆ ਸੀਗਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਖਾਸ ਤੌਰ ਤੇ ਮਜੀਠੀਆ ਸਾਹਿਬ ਦੀ, ਉਹ ਹੋਣੀ ਬਣਦੀ ਸੀਗੀ। ਪਰ ਉਹ ਉਸ ਵੇਲੇ ਵੀ ਆਮ ਆਦਮੀ ਪਾਰਟੀ ਨੇ ਇਹ ਵੱਡੇ ਸਵਾਲ ਚੁੱਕੇ ਸੀਗੇ ਕਿ ਕਾਂਗਰਸ ਸਰਕਾਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਰੇਗੀ ਔਰ ਇਹ ਮਿਲੀ ਭੁਗਤ ਹੋਏਗੀ, ਕਿਵੇਂ ਨਾ ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਛੱਡ ਦਿੱਤਾ ਜਾਏਗਾ। ਔਰ ਕੱਲ ਭਗਵੰਤ ਮਾਨ ਨੇ ਇਹੀ ਗੱਲ ਜਿਹੜੀ ਹੈਗੀ ਹੈ ਪ੍ਰੈਸ ਦੇ ਅੱਗੇ ਰੱਖੀ ਹੈ, ਲੋਕਾਂ ਦੇ ਸਾਹਮਣੇ ਰੱਖੀ ਹੈ ਕਿ ਜੇਕਰ ਸੱਚੀ ਮੁੱਚੀ ਸੱਚੀ ਨੀਤ ਹੁੰਦੀ ਔਰ ਨੀਤੀ ਸਾਫ਼ ਹੁੰਦੀ ਕਾਂਗਰਸ ਦੀ, ਤਾਂ ਲਾਜ਼ਮੀ ਤੌਰ ਤੇ ਜੋ ਵਾਅਦਾ ਕਿਸੇ ਵੇਲੇ ਕਾਂਗਰਸ ਨੇ ਜਾਂ ਕੈਪਟਨ ਸਾਹਿਬ ਨੇ ਕੀਤਾ ਸੀਗਾ ਕਿ ਅਸੀਂ ਵੱਡੇ ਮਗਰਮੱਛਾਂ ਨੂੰ ਫੜਾਂਗੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਰੱਖਾਂਗੇ, ਤਾਂ ਉਹ ਵਾਅਦਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੇ ਆਪਣੀ ਦਲੀਲ ਦਿੱਤੀ ਹੈ ਕਿ ਇਹ ਜਿਹੜੀ ਮਿਲੀ ਭੁਗਤ, ਆਪਸੀ ਜਿਹੜੀ ਮਿਲੀ ਭੁਗਤ ਹੋਈ ਹੈ ਔਰ ਉਹਦੇ ਕਰਕੇ ਜਿਹੜੇ ਨੇ ਦੋਨੋਂ ਸਰਕਾਰਾਂ, ਦੋਨੋਂ ਆਪਾਂ ਕਹਿ ਸਕਦੇ ਹਾਂ ਕਿ ਦੋਨੋਂ ਜਿਹੜੀਆਂ ਪਾਰਟੀਆਂ ਨੇ, ਚਾਹੇ ਕਾਂਗਰਸ ਦੀ ਸਰਕਾਰ ਹੈ ਚਾਹੇ ਅਕਾਲੀ ਦਲ ਹੈ, ਔਰ ਦੋਵਾਂ ਦੀਆਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਆਪਸੀ ਜਿਹੜਾ ਹੈਗਾ ਪਿਆਰ ਝਲਕਦਾ ਨਜ਼ਰ ਆਇਆ ਹੈ ਔਰ ਸਿੱਧੇ ਜਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਇਹ ਗੱਲ ਬਿਲਕੁਲ ਸਹੀ ਕਹਿੰਦੇ
ਨਜ਼ਰ ਆਏ ਨੇ ਭਗਵੰਤ ਮਾਨ, ਕਿਉਂਕਿ ਆਪਾਂ ਪੰਜਾਬ ਦੇ ਲੋਕ ਅਸੀਂ ਦੇਖ ਰਹੇ ਹਾਂ ਕਿ ਅੱਜ ਨਾ ਤਾਂ ਨਸ਼ਾ ਖਤਮ ਹੋਇਆ ਪੰਜਾਬ ਦੇ ਵਿੱਚੋਂ, ਨਾ ਹੀ ਵੱਡੀ ਮਗਰਮੱਛ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਗਏ ਨੇ। ਉਹੀ ਜਿਹੜਾ 17 ਦੇ ਵਿੱਚ ਦੌਰ ਚੱਲ ਰਿਹਾ ਸੀਗਾ, ਉਹੀ ਦੌਰ ਅੱਜ ਚੱਲ ਰਿਹਾ ਹੈ। ਉਹਦੇ ਵਿੱਚ ਕੋਈ ਜਿਹੜੇ ਛੋਟੇ ਮੋਟੀਆਂ ਜਿਹੜੀਆਂ ਮੱਛੀਆਂ ਨੇ, ਜਿਹੜੇ ਖਾਣ ਵਾਲੇ, ਜਿਹੜੇ ਨਸ਼ਾ ਕਰਨ ਵਾਲੇ, ਜਿਹੜੇ ਕਹਿ ਸਕਦੇ ਆ ਕਿ ਆਮ ਲੋਕ ਨੇ, ਉਹ ਜ਼ਰੂਰ ਉਹਨਾਂ ਦੇ ਉੱਤੇ ਕੇਸ ਬਣਾਏ ਗਏ ਨੇ, ਜਾਂ ਛੋਟੇ ਮੋਟੇ ਜਿਹੜੇ ਤਸਕਰ ਨੇ ਉਹ ਫੜੇ ਗਏ ਨੇ। ਪਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹ ਅਜੇ ਵੀ ਆਪਾਂ ਸਾਰੇ ਦੇਖਦੇ ਆ ਕਿ ਉਸੇ ਤਰ੍ਹਾਂ ਹੀ ਘੁੰਮ ਰਹੀਆਂ ਨੇ, ਉਸੇ ਤਰ੍ਹਾਂ ਦਾ ਸਾਰਾ ਕੁਝ ਸਿਲਸਿਲਾ ਚੱਲ ਰਿਹਾ। ਉਸੇ ਤਰ੍ਹਾਂ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਓਵਰਡੋਜ਼ ਦੇ ਨਾਲ ਹਰ ਰੋਜ਼ ਮਰ ਰਹੇ ਨੇ। ਸੋ ਗੱਲ ਉੱਥੇ ਹੀ ਹੈ। ਪਰ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਹੜੇ ਵੱਖ-ਵੱਖ ਸਰਕਾਰਾਂ, ਔਰ ਉਮੀਦ ਕਰਦੇ ਆ ਕਿ ਜਿਹੜੀਆਂ ਅਗਲੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਇਹਦੇ ਪ੍ਰਤੀ ਚੇਤਨ ਹੋਣਗੇ, ਕੌਨਸ਼ੀਅਸ ਹੋਣਗੇ। ਕਿਉਂਕਿ ਜੇਕਰ ਇਹ ਨਸ਼ੇ ਦਾ ਮਸਲਾ ਹੱਲ ਨਹੀਂ ਹੁੰਦਾ ਪੰਜਾਬ ਦੇ ਵਿੱਚੋਂ, ਤਾਂ ਪੰਜਾਬ ਕਦੇ ਵੀ ਤਰੱਕੀ ਨਹੀਂ ਕਰ ਸਕੇਗਾ। ਸੋ ਚਾਹੇ ਨਸ਼ੇ ਦਾ ਮਸਲਾ ਹੋਵੇ, ਚਾਹੇ ਮਾਫੀਆ ਦਾ ਮਸਲਾ ਹੋਵੇ, ਚਾਹੇ ਹੋਰ ਜਿਹੜਾ ਹੈ ਖਜ਼ਾਨੇ ਨੂੰ ਭਰਨ ਦਾ ਮਸਲਾ ਹੋਵੇ, ਇਹ ਬਹੁਤ ਹੀ ਗੰਭੀਰ ਮਸਲੇ ਨੇ। ਇਹਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਉਂ ਨਹੀਂ ਭਰਿਆ ਜਾ ਰਿਹਾ, ਕਿਉਂ ਖਜ਼ਾਨਾ ਖਾਲੀ ਰਹਿੰਦਾ ਹੈ, ਕਿਉਂ ਮਾਫੀਆ ਖਤਮ ਨਹੀਂ ਹੋ ਰਿਹਾ, ਕਿਉਂ ਨਸ਼ੇ ਖਤਮ ਨਹੀਂ ਹੋ ਰਹੇ। ਇਹ ਇੱਕ ਬਹੁਤ ਵੱਡੇ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ, ਔਰ ਇਹਨਾਂ ਸਿਆਸਤਦਾਨਾਂ ਨੂੰ ਇਹ ਵੱਡੇ ਸਵਾਲ ਜਿਹੜੇ ਨੇ, ਚਾਹੇ ਕੋਈ ਵੀ ਪਾਰਟੀ ਹੈ, ਉਹਨਾਂ ਨੂੰ ਪੁੱਛਣੇ ਚਾਹੀਦੇ ਨੇ। ਔਰ ਉਮੀਦ ਕਰਦੇ ਹਾਂ ਕਿ 22 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਇਹਨਾਂ ਮੁੱਦਿਆਂ ਦੇ ਉੱਤੇ ਉਹ ਲੜੀਆਂ ਜਾਣਗੀਆਂ। ਗੁਰਪ੍ਰੀਤ ਜੀ, ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਕੱਲ ਵਿਕਰਮ ਮਜੀਠੀਆ ਦੀ ਜ਼ਮਾਨਤ ਹੋਈ, ਉਸ ਤੋਂ ਬਾਅਦ ਅਕਾਲੀ ਦਲ 'ਚ ਵੀ ਖੁਸ਼ੀ ਦਾ ਮਾਹੌਲ ਹੈ, ਥਾਂ-ਥਾਂ ਤੇ ਲੱਡੂ ਵੰਡੇ ਜਾ ਰਹੇ ਨੇ ਅਕਾਲੀ ਵਰਕਰਾਂ ਦੇ ਵੱਲੋਂ। ਤਾਂ ਕਿਵੇਂ ਦੇਖਦੇ ਹੋ, ਹਜੇ ਵਿਕਰਮ ਮਜੀਠੀਆ ਦੀ ਜ਼ਮਾਨਤ ਹੀ ਹੋਈ ਹੈ, ਨਾ ਕਿ ਇਸ ਕੇਸ 'ਚੋਂ ਬਰੀ ਹੋਏ ਨੇ? ਜੀ ਦੇਖੋ, ਜਦੋਂ ਵੀ ਕੋਈ ਵੀ ਪਾਰਟੀ ਹੁੰਦੀ ਹੈ, ਜਦੋਂ ਉਹਨਾਂ ਨੂੰ ਕੋਈ ਇਦਾਂ ਦੀ ਰਾਹਤ ਮਿਲਦੀ ਹੈ ਤਾਂ ਉਹ ਆਪਣੇ ਆਪ ਨੂੰ ਦੁੱਧ ਧੋਤਾ ਵਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਆਪਾਂ ਸਾਰੇ ਜਾਣਦੇ ਹਾਂ। ਸੋ ਇਸੇ ਕਰਕੇ ਆਪਣੇ ਆਪ ਨੂੰ ਇਹ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਸਾਨੂੰ ਉਹ ਜਾਣਬੁੱਝ ਕੇ ਫਸਾ ਰਹੀ ਹੈ ਕਾਂਗਰਸ ਸਰਕਾਰ ਜਿਹੜੀ ਹੈਗੀ ਹੈ, ਔਰ ਜਾਣਬੁੱਝ ਕੇ ਸਾਡੇ ਉੱਤੇ ਕੇਸ ਬਣਾਇਆ ਗਿਆ। ਜਦੋਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜਾ ਕੇਸ ਹੈ ਬਕਾਇਦਾ ਸਿੱਟ ਦੀ ਇਨਕੁਆਇਰੀ ਹੋਈ ਹੈ, ਵੱਖ-ਵੱਖ ਜਿਹੜੀਆਂ ਨੇ ਸਿੱਟਾਂ ਬਣੀਆਂ ਨੇ, ਇਨਕੁਆਇਰੀਆਂ ਹੋਈਆਂ ਨੇ, ਔਰ ਈਡੀ ਤੱਕ ਦੀ ਜਿਹੜੀ ਹੈਗੀ ਹੈ ਉਹ ਵੀ ਇਨਕੁਆਇਰੀ ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਇਹ ਸਿਆਸੀ ਪਾਰਟੀਆਂ ਹੁੰਦੀਆਂ ਨੇ ਆਪਣੇ ਆਪ ਨੂੰ ਇਦਾਂ ਦੀਆਂ ਪੇਸ਼ ਕਰਨ ਦੀਆਂ ਕੋਸ਼ਿਸ਼ ਕਰਦੀਆਂ ਨੇ ਕਿ ਦੇਖੋ ਜੀ ਸਾਡਾ ਤਾਂ ਕੋਈ ਕਸੂਰ ਨਹੀਂ ਹੈ, ਸਿਰਫ ਰਾਜਨੀਤਿਕ ਬਦਲਾਖੋਰੀ ਜਿਹੜੀ ਹੈਗੀ ਹੈ ਉਹਦੇ ਕਰਕੇ ਕੇਸ ਬਣਾਏ ਗਏ ਸੀਗੇ, ਜਿਹਦੇ ਕਰਕੇ ਸਾਨੂੰ ਹੁਣ ਵੱਡੀ ਰਾਹਤ ਅਦਾਲਤ ਵੱਲੋਂ ਮਿਲੀ ਹੈ। ਸੋ ਇਦਾਂ ਦੀ ਕੋਸ਼ਿਸ਼ ਜ਼ਰੂਰ ਹੈ, ਪਰ ਅਸਲੀ ਗੱਲ ਹੈ ਕਿ ਲੋਕਾਂ ਦੇ ਵਿੱਚ ਕੀ ਸੰਦੇਸ਼ ਗਿਆ ਹੈ, ਲੋਕਾਂ ਦੇ ਵਿੱਚ ਕੀ ਮੈਸੇਜ ਗਿਆ ਹੈ, ਇਹਦੇ ਬਾਰੇ ਲੋਕ ਜਿਹੜੇ ਨੇ ਉਹ ਡਿਸਾਈਡ ਕਰਨਗੇ। 22 ਦੀਆਂ ਚੋਣਾਂ ਜਦੋਂ ਹੋਣਗੀਆਂ ਇਸ ਵਾਰੀ, ਤਾਂ ਲਾਜ਼ਮੀ ਤੌਰ ਤੇ ਇਦਾਂ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵੱਡੀ ਜਿਹੜੀ ਹੈਗੀ ਹੈ ਚਰਚਾ ਬਣੀ ਹੋਈ ਹੈ, ਔਰ ਇਸ ਚਰਚਾ ਨੂੰ ਉਹ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਚੋਣ ਦਾ ਜਿਹੜਾ ਮਤ ਹੈ ਉਹ ਡਿਸਾਈਡ ਕਰਨਗੇ, ਔਰ ਚੰਗੇ ਲੋਕਾਂ ਨੂੰ ਚੰਗੀ ਸਰਕਾਰ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ। ਗੁਰਪ੍ਰੀਤ ਜੀ, ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਜੋਗਿੰਦਰ ਸਿੰਘ ਉਗਰਾਹਾਂ ਨੇ ਜਿਹੜੇ ਜਾਂ ਉਗਰਾਹਾਂ ਜਥੇਬੰਦੀ ਦਾ ਕੱਲ ਬਿਆਨ ਸਾਹਮਣੇ ਆਇਆ ਕਿ ਉਹ 22 ਦੀਆਂ ਚੋਣਾਂ ਦੇ ਵਿੱਚ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰਨਗੇ ਤੇ ਨਾ ਹੀ ਕਿਸੇ ਹੋਰ ਸੰਸਥਾ ਦਾ ਸਮਰਥਨ ਕਰਨਗੇ, ਤਾਂ ਇਹਨੂੰ ਕਿਵੇਂ ਦੇਖਦੇ ਹੋ? ਜਿਸ ਤਰ੍ਹਾਂ ਕਿਸਾਨਾਂ ਦੀ ਪਾਰਟੀ ਹੈ, ਕਿਸਾਨ ਮੋਰਚਾ ਹੈ, ਤਾਂ ਉਸ ਨੂੰ ਕੋਈ ਬਲ ਜਾਂ ਸਹਾਇਤਾ ਮਿਲਦੀ ਨਜ਼ਰ ਨਹੀਂ ਆਏਗੀ ਇਹਨਾਂ ਚੋਣਾਂ 'ਚ, ਫਿਰ ਇਹਦਾ ਮਤਲਬ ਤਾਂ ਇਹੀ ਹੈ। ਗੁਰਪ੍ਰੀਤ ਜੀ ਦੇਖੋ, ਕਿਉਂਕਿ ਭਾਰਤੀ ਲੋਕਤੰਤਰ ਇੱਕ ਐਸਾ ਲੋਕਤੰਤਰ ਹੈ ਜਿਹਨੂੰ ਹਰ ਕਿਸਮ ਦੀ ਵਿਚਾਰਧਾਰਾ ਰੱਖਣ ਦਾ ਹੱਕ ਹੈ, ਔਰ ਆਪਾਂ ਨੂੰ ਦੇਖਿਆ ਹੈ ਕਿ ਉਗਰਾਹਾਂ ਗਰੁੱਪ ਜੋ ਹੈ ਪਹਿਲਾਂ ਵੀ ਉਹ ਕਦੇ ਇਦਾਂ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ, ਯਾਨੀ ਕਿ ਜਿਹੜੀ ਵੋਟ ਰਾਜਨੀਤੀ ਹੈ ਉਹਦੇ ਵਿੱਚ ਉਹਨਾਂ ਦਾ ਬਹੁਤਾ ਭਰੋਸਾ ਨਹੀਂ ਹੈ। ਇੱਕ ਦਬਾਅ ਸਮੂਹ ਦੇ ਤੌਰ ਤੇ ਉਹ ਲੜਨਾ ਚਾਹੁੰਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵੱਖ-ਵੱਖ ਸੰਘਰਸ਼ ਉਹਨਾਂ ਨੇ ਲੜੇ ਨੇ ਉਹ ਇੱਕ ਦਬਾਅ ਸਮੂਹ ਦੇ ਤੌਰ ਤੇ ਹੀ, ਯਾਨੀ ਕਿ ਪਾਵਰ ਗਰੁੱਪ ਜਿਹੜਾ ਹੈਗਾ ਉਹਦੇ ਤੌਰ ਤੇ ਹੀ ਉਹ ਆਪਣਾ ਕੰਮ ਅੱਗੇ ਜਾਰੀ ਰੱਖਣਾ ਚਾਹੁੰਦੇ ਨੇ। ਸੋ ਕੱਲ ਵੀ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਆਪਣੀ ਗੱਲ ਰੱਖੀ ਹੈ। ਸੋ ਉਹਨਾਂ ਨੇ ਇਹੀ ਕਿਹਾ ਕਿ ਜਿੰਨੀ ਦੇਰ ਇਹ ਬੁਨਿਆਦੀ ਮਸਲੇ ਕਿਸਾਨਾਂ ਦੇ ਨਾਲ, ਖਾਸ ਤੌਰ ਤੇ ਜ਼ਮੀਨਾਂ ਨੂੰ ਵੰਡ, ਜਿਹੜੀ ਜ਼ਮੀਨਾਂ ਦੀ ਵੰਡ ਹੈ ਉਸ ਨੂੰ ਲੈ ਕੇ ਮਸਲਾ ਜਿਹੜਾ ਹੈਗਾ, ਜਾਂ ਮਜ਼ਦੂਰਾਂ ਦਾ ਜਿਹੜਾ ਹੈਗਾ, ਜਿੰਨੀ ਦੇਰ ਉਹਨਾਂ ਦਾ ਮਸਲੇ ਹੱਲ ਨਹੀਂ ਹੁੰਦੇ ਉਨੀ ਦੇਰ ਸਾਡਾ ਸੰਘਰਸ਼ ਜਿਹੜਾ ਹੈਗਾ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ। ਇੱਕ ਦਬਾਅ ਸਮੂਹ ਦੇ ਤੌਰ ਤੇ ਅਸੀਂ ਆਪਣੇ ਸਮਾਜ ਦੇ ਵਿੱਚ ਵਿਚਰਾਂਗੇ। ਸੋ ਇਹ ਉਹਨਾਂ ਦੀ ਮਰਜ਼ੀ ਹੈ। ਹੁਣ ਸਵਾਲ ਪੈਦਾ ਜਿਹੜਾ ਤੁਸੀਂ ਕੀਤਾ ਹੈ ਕਿ ਇਹਦਾ ਅਸਰ ਕੀ ਜਾਏਗਾ, ਇਹਦਾ ਅਸਰ ਇਹੀ ਜਾਏਗਾ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਕਾਡਰ ਹੈ
ਉਹ ਉਹਨਾਂ ਲੋਕਾਂ ਦੇ ਵੱਲ ਜਾਂ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਵੱਲ ਜਾਏਗਾ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲੱਗਣਗੀਆਂ ਕਿ ਸਾਡੇ ਮਸਲੇ ਹੱਲ ਕਰ ਸਕਦੀਆਂ ਨੇ, ਕਿਸਾਨਾਂ ਦੇ ਮਸਲੇ ਹੱਲ ਕਰ ਸਕਦੀਆਂ ਨੇ, ਮਜ਼ਦੂਰਾਂ ਦੇ ਮਸਲੇ ਹੱਲ ਕਰ ਸਕਦੀਆਂ ਨੇ। ਇਹ ਕਾਡਰ ਜਿਹੜਾ ਹੈਗਾ ਲਗਭਗ ਉਧਰ ਸ਼ਿਫਟ ਹੋਏਗਾ ਜੇਕਰ ਉਹਨਾਂ ਨੂੰ ਲੱਗੇਗਾ ਕਿ ਇਹ ਜਿਹੜਾ ਕਿਸਾਨ ਸਮਾਜ ਮੋਰਚਾ ਨਵਾਂ ਬਣਿਆ ਹੈ ਇਹ ਸਾਡੇ ਮਸਲੇ ਹੱਲ ਕਰ ਸਕਦਾ ਹੈ ਜਾਂ ਇਹ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੂੰ ਸਹਾਨੂਭੂਤੀ ਨਾਲ ਸੁਣ ਸਕਦਾ ਹੈ, ਤਾਂ ਇਹ ਉਧਰ ਵੀ ਜਾ ਸਕਦਾ ਹੈ ਜਾਂ ਕਿਸੇ ਪੋਲੀਟੀਕਲ ਪਾਰਟੀਆਂ ਵੱਲ ਵੀ ਜਾ ਸਕਦਾ ਹੈ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸੇਗਾ, ਪਰ ਇੱਕ ਕਿਸੇ ਖਾਸ ਪਾਰਟੀ ਵੱਲ ਜਾਂਦਾ ਹੋਇਆ ਇਹਨਾਂ ਦਾ ਕਾਡਰ ਜਿਹੜਾ ਹੈਗਾ ਉਹ ਦਿਖਾਈ ਨਹੀਂ ਦਿੰਦਾ। ਇਹ ਜਿਹੜਾ ਕਾਡਰ ਹੈ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾਂ ਖਾਸ ਤੌਰ ਤੇ ਸੰਯੁਕਤ ਸਮਾਜ ਮੋਰਚੇ ਵੱਲ ਇਹਨਾਂ ਦੀ ਵੋਟ ਜਿਹੜੀ ਹੈਗੀ ਹੈ ਫਟਦੀ ਨਜ਼ਰ ਆ ਰਹੀ ਹੈ। ਗੁਰਪ੍ਰੀਤ ਜੀ ਤੇ ਬਿਲਕੁਲ ਡਾਕਟਰ ਸਾਹਿਬ, ਤੇ ਨਾਲ ਹੀ ਇੱਕ ਮੰਗ ਉੱਠਣ ਲੱਗੀ ਹੈ ਕਿ ਵਿਧਾਨ ਸਭਾ ਚੋਣਾਂ ਦੀ ਜਿਹੜੀ ਤਰੀਕ ਬਦਲੀ ਜਾਵੇ, ਤੇ ਮੈਂ ਇਹ ਜਾਣਨਾ ਚਾਹੁੰਦੇ ਹਾਂ ਅਸੀਂ ਵੀ ਇਹ ਕਿਸ ਦੇ ਵੱਲੋਂ ਮੰਗ ਚੁੱਕੀ ਗਈ ਹੈ ਤੇ ਇਹਦੇ ਕਾਰਨ ਕੀ ਨੇ? ਜੀ ਇਹ ਦੇਖੋ ਇੱਕ ਬਹੁਤ ਹੀ ਇੱਕ ਬੁਨਿਆਦੀ ਕਾਰਨ ਉਹਨਾਂ ਨੇ ਦੱਸਿਆ ਹੈ ਕਿ 14 ਤਰੀਕ ਨੂੰ ਯਾਨੀ ਕਿ 14 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ, ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਉਹਨਾਂ ਨੇ ਇਹੀ ਕਿਹਾ ਹੈ ਕਿ ਇਸ ਪ੍ਰਕਾਸ਼ ਪੁਰਬ ਵਾਲੇ ਦਿਨ ਕਿਉਂਕਿ ਗੁਰੂ ਸਾਹਿਬ ਨੂੰ ਮੰਨਣ ਵਾਲੇ ਜਾਂ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਪੂਰੇ ਪੰਜਾਬ ਦੇ ਵਿੱਚ ਲੋਕ ਮੌਜੂਦ ਨੇ। ਸੋ ਅਸੀਂ ਉਸ ਦਿਨ ਉਹਨਾਂ ਨੇ ਕਿਹਾ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਮੰਦਿਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਸਥਾਨ ਨੇ ਅਸੀਂ ਉੱਥੇ ਉਹਨਾਂ ਦੀ ਪਾਠ ਪੂਜਾ ਕਰਨੀ ਹੁੰਦੀ ਹੈ, ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਨਾ ਹੁੰਦਾ ਹੈ। ਸੋ ਇਸ ਕਰਕੇ ਸਾਨੂੰ ਉਸ ਦਿਨ ਦੇ ਲਈ ਜਿਹੜਾ ਹੈਗਾ ਇਹ ਕੰਮ ਕਰਨ ਲਈ, ਕਿਉਂਕਿ ਚੋਣਾਂ ਇੱਕ ਬਹੁਤ ਵੱਡਾ ਉਤਸਵ ਹੁੰਦੀਆਂ ਨੇ, ਬਹੁਤ ਵੱਡਾ ਇੱਕ ਮੌਕਾ ਹੁੰਦਾ ਹੈ ਲੋਕਾਂ ਦੇ ਨੂੰ ਆਪਣੀ ਸਰਕਾਰ ਨੂੰ ਬਦਲਣ ਦਾ। ਸੋ ਇਸ ਕਰਕੇ ਉਹਨਾਂ ਨੇ ਇਹੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਸ ਆਪਾਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਕਹਿ ਸਕਦੇ ਹਾਂ ਕਿ ਲੋਕਾਂ ਦੇ ਦੁਆਰਾ ਖਾਸ ਤੌਰ ਤੇ ਸਾਡੇ ਜਿਹੜੇ ਮਾਨਯੋਗ ਸ਼ਖਸੀਅਤਾਂ ਨੇ ਉਸ ਧਰਮ ਨੂੰ ਮੰਨਣ ਵਾਲੀਆਂ, ਉਹਨਾਂ ਨੇ ਇਹੀ ਕਿਹਾ ਕਿ ਇਸ ਤਰੀਕ ਦੇ ਉੱਤੇ ਦੁਬਾਰਾ ਜਿਹੜੀ ਹੈਗੀ ਆ ਪੁਨਰ ਚਿੰਤਨ ਹੋਵੇ, ਪੁਨਰ ਸੋਚ ਹੋਵੇ, ਤਾਂ ਕਿ ਇਹ ਜਿਹੜਾ ਹੈਗਾ ਤਰੀਕ ਬਦਲੀ ਜਾ ਸਕੇ ਔਰ ਨਵੀਂ ਕੋਈ ਤਰੀਕਾ ਦਾ ਐਲਾਨ ਕੀਤਾ ਜਾ ਸਕੇ। ਪਰ ਇਦਾਂ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ ਕਿ ਚੋਣ ਕਮਿਸ਼ਨ ਜਿਹੜਾ ਹੈਗਾ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾ ਕੇ ਕੋਈ ਤਬਦੀਲੀ ਕਰੇਗਾ, ਇਦਾਂ ਦਾ ਕੋਈ, ਕਿਉਂਕਿ ਹਰ ਦਿਨ ਆਪਾਂ ਨੂੰ ਪਤਾ ਹੈ ਕਿ ਭਾਰਤ ਇੱਕ ਐਸਾ ਮੁਲਕ ਹੈ ਜਿੱਥੇ ਹਰ ਦਿਨ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਕੋਈ ਨਾ ਕੋਈ ਤਿਉਹਾਰਾਂ ਦਾ ਦਿਨ ਹੁੰਦਾ, ਕੋਈ ਆਪਾਂ ਕਹਿ ਸਕਦੇ ਕਿਸੇ ਦਾ ਪ੍ਰਕਾਸ਼ ਪੁਰਬ ਹੁੰਦਾ ਹੈ, ਕਿਸੇ ਦਾ ਕੋਈ ਬਰਸੀ ਹੁੰਦੀ ਹੈ। ਸੋ ਐਸਾ ਕੋਈ ਦਿਨ ਨਹੀਂ ਹੁੰਦਾ ਜਿਸ ਦਿਨ ਕੁਝ ਨਾ ਕੁਝ ਨਾ ਹੁੰਦਾ ਹੋਵੇ। ਸੋ ਇਸ ਸਾਰੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੋ ਹੋ ਸਕਦਾ ਹੈ ਕਿ ਜਿਹੜਾ ਚੋਣ ਕਮਿਸ਼ਨਰ ਜਿਹੜਾ ਹੈਗਾ ਭਾਰਤੀ ਚੋਣ ਕਮਿਸ਼ਨਰ ਉਹ ਇਦਾਂ ਦਾ ਕੋਈ ਨੋਟਿਸ ਨਾ ਲਵੇ ਔਰ ਇਹੀ ਤਰੀਕ ਹੀ ਫਾਈਨਲ ਜਿਹੜੀ ਹੈਗੀ 14 ਫਰਵਰੀ ਹੀ ਮੰਨੀ ਜਾਏਗੀ। ਸੋ ਇਦਾਂ ਦੀਆਂ ਕੋਈ ਇਹਨੂੰ ਬਦਲਣ ਦੀਆਂ ਸੰਭਾਵਨਾਵਾਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ। ਗੁਰਪ੍ਰੀਤ ਜੀ ਬਿਲਕੁਲ ਡਾਕਟਰ ਸਾਹਿਬ, ਜੇਕਰ ਕੋਈ ਸਿਆਸੀ ਪਾਰਟੀ ਹੁੰਦੀ ਤਾਂ ਸ਼ਾਇਦ ਉਹ ਇਸ ਸੰਸਥਾ ਦੀ ਸਮੱਸਿਆ ਜਿਹੜੀ ਹੱਲ ਕਰ ਸਕਦੀ, ਪਰ ਚੋਣ ਕਮਿਸ਼ਨ ਇਸ ਨੂੰ ਲੈ ਕੇ ਕੀ ਫੈਸਲਾ ਲੈਂਦਾ ਹੈ, ਮੰਗ ਮੰਨੀ ਜਾਊ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀਆਂ ਸਿਆਸੀ ਤੇ ਹੋਰ तमाम ਖਬਰਾਂ ਦੇ ਉੱਤੇ ਆਪਣੇ ਵਿਚਾਰ ਰੱਖੇ, ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਏ ਤੇ तमाम ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਲਗਾਤਾਰ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਇਜਾਜ਼ਤ, ਧੰਨਵਾਦ।